वाहे गुरु 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਬੇਕਰਸਫੀਲਡ ਕੈਲੀਫੋਰਨੀਆ ਅਮਰੀਕਾ ਵਿਖੇ ਆਏ ਹਾਂ। ਦਾਸ ਦੇ ਨਾਲ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਸੁਖਵਿੰਦਰ ਸਿੰਘ ਰੰਗੀ ਜੀ ਪ੍ਰਧਾਨ ਸਾਹਿਬ ਅਤੇ ਚੇਅਰਮੈਨ ਸਾਹਿਬ ਅਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ, ਅਸੀਂ ਸਾਰੇ ਇਕੱਠੇ ਹਾਂ। ਔਰ ਗੁਰੂ ਘਰ ਮਹਾਰਾਜ ਦੀ ਬਹੁਤ ਬਖਸ਼ਿਸ਼ ਹੈ। ਸੰਗਤਾਂ ਦੀ ਲਹਿਰ ਬੈਰਾਂ ਲੱਗੀਆਂ ਰਹਿੰਦੀਆਂ ਨੇ। ਗੁਰੂ ਕੇ ਲੰਗਰ ਔਰ ਕੀਰਤਨ ਕਥਾ ਨਾਲ ਸੰਗਤਾਂ ਨਿਹਾਲ ਹੁੰਦੀਆਂ ਹਨ। ਅੱਜ ਅਸੀਂ ਗੁਰੂ ਘਰ ਦੇ ਸੇਵਾਦਾਰਾਂ ਕੋਲੋਂ ਜਾਣਦੇ ਹਾਂ ਗੁਰੂ ਘਰ ਕੀ ਸੇਵਾ ਚੱਲ ਰਹੀਆਂ ਹਨ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਗੁਰੂ ਘਰ ਦੇ ਹੈੱਡ ਗ੍ਰੰਥੀ ਆਪ ਜੀ ਨੂੰ ਗੁਰੂ ਘਰ ਬਾਰੇ ਸਾਰਾ ਵੇਰਵਾ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਚੜ੍ਹਦੀ ਕਲਾ ਟਾਈਮ ਟੀਵੀ ਸਾਰੀ ਟੀਮ ਦਾ ਹਾਰਦਿਕ ਤੌਰ ਤੇ ਧੰਨਵਾਦ। ਤੁਸੀਂ ਇੱਥੇ ਗੁਰੂ ਘਰ ਵਿਖੇ ਆਏ ਤੇ ਤੁਹਾਨੂੰ ਇੱਥੇ ਆਉਣ ਤੇ ਜੀ ਆਇਆਂ ਜੀ। ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਲਗਭਗ 12 ਸਾਲ ਦੇ ਕਰੀਬ ਸਮਾਂ ਹੋਣ ਜਾ ਰਿਹਾ। ਮੋਹਰਲੇ ਸਾਲ ਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੜੀ ਚੜ੍ਹਦੀ ਕਲਾ ਇੱਥੇ ਸੰਗਤ ਦੀ ਗਹਿਮੋ ਗਹਿਮੀ ਹੈ। ਹਰੇਕ ਵੀਕਐਂਡ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੁੰਦੇ ਸੰਗਤਾਂ ਜੁੜਦੀਆਂ। ਲੰਗਰ ਲਗਭਗ ਸਵੇਰ ਦੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਬਿਨਾਂ ਵਿਤਕਰਾ ਬਿਨਾਂ ਕਿਸੇ ਭਿੰਨ ਭਾਵ ਤੋਂ ਅਟੁੱਟ ਵਰਤਦਾ। ਸਿਧਾਂਤਕ ਤੌਰ ਤੇ ਗੁਰਦੁਆਰਾ ਸਾਹਿਬ ਜੋ ਕਿ ਗੁਰੂ ਸਾਹਿਬ ਜੀ ਦੇ ਸਿੱਖਿਆ ਉਦੇਸ਼ ਦੇ ਮੁਤਾਬਕ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਇਹ ਸਥਾਨ ਮਹਾਨ ਕੋਸ਼ ਦੇ ਵਿੱਚ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ ਗੁਰਦੁਆਰਾ ਉਸ ਸਥਾਨ ਦਾ ਨਾਮ ਹੈ ਜਿੱਥੇ ਰਾਹਗੀਰ ਨੂੰ ਪਨਾਹ ਮਿਲੇ, ਆਸਰਾ ਮਿਲੇ, ਭੁੱਖੇ ਦੀ ਅਨਪੂਰਤਾ ਹੋਵੇ, ਜਿਹੜਾ ਕੋਈ ਬਿਮਾਰ ਆ ਉਹਨੂੰ ਦਵਾਈ ਦਾ ਪ੍ਰਬੰਧ ਹੋਵੇ, ਭਾਵ ਕਿ ਹਰੇਕ ਦੀ ਗਰਜ ਪੂਰੀ ਹੋਵੇ। ਸਿਧਾਂਤਕ ਤੌਰ ਤੇ ਇਸ ਗੁਰਦੁਆਰਾ ਸਾਹਿਬ ਇਹ ਯਤਨ ਕੀਤਾ ਜਾਂਦਾ ਕਿ ਆਪਾਂ ਹਰੇਕ ਦੀ ਲੋੜ ਇੱਥੋਂ ਪੂਰੀ ਕਰੀਏ ਤੇ ਪੂਰੀ ਹੋਵੇ। ਤੇ ਪਿਛਲੇ ਕੁਝ ਸਮੇਂ ਤੋਂ ਕੁਝ ਸਾਲਾਂ ਤੋਂ ਤੇ ਇੱਥੇ ਸਾਲਾਨਾ ਜਿਹੜਾ ਨਗਰ ਕੀਰਤਨ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਪਿਛਲੇ ਅਕਤੂਬਰ ਦੇ ਵਿੱਚ 7ਵਾਂ ਮਹਾਨ ਨਗਰ ਕੀਰਤਨ ਸੀ। ਹੌਲੀ ਹੌਲੀ ਸੰਗਤ ਦੀ ਇੰਨੀ ਇਕੱਤਰਤਾ ਹੋਣ ਲੱਗ ਪਈ ਕਿ ਸਾਡੀ ਆਸ ਉਮੀਦ ਤੋਂ ਉੱਪਰ ਦੀ ਬਾਤ ਬਣ ਗਈ। ਤੇ ਜਿਸ ਦੇ ਵਿੱਚ ਪਿਛਲੇ ਲੰਘੇ ਸਾਲ ਮਹੀਨੇ ਦੇ ਵਿੱਚ ਜਦੋਂ ਕਿ ਅਕਤੂਬਰ 'ਚ ਨਗਰ ਕੀਰਤਨ ਸੀ ਤੇ ਲਗਭਗ 2 ਮਹੀਨੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਦੀ ਲਗਾਤਾਰ ਇਸ ਸਥਾਨ ਤੇ ਹੋਏ। ਸੰਗਤਾਂ ਜੁੜੀਆਂ ਤੇ ਇੱਥੇ ਇਸ ਪਾਸੇ ਖਾਲਸਾ ਸਕੂਲ ਜਿਸ ਦੇ ਅੰਦਰ ਬੱਚਿਆਂ ਨੂੰ ਪੰਜਾਬੀ ਦੀ ਸਿੱਖਿਆ ਦਿੱਤੀ ਜਾਂਦੀ, ਜੋ ਕਿ ਦੂਜੇ ਪਾਤਸ਼ਾਹ ਜੀ ਦੀ ਮਹਾਨ ਦੇਣ ਗੁਰਮੁਖੀ ਲਿਪੀ ਤੋਂ ਸਾਨੂੰ ਇਹ ਸੇਧ ਪ੍ਰਾਪਤ ਹੋਈ। ਉਸ ਸਕੂਲ ਦੀ ਆਊਟਪੁੱਟ ਇੰਨੀ ਆ ਕਿ ਜਿਹੜੇ ਬੱਚੇ ਪਿਛਲੇ ਸਮੇਂ ਦੇ ਵਿੱਚ ਸਕੂਲ ਤੋਂ ਬਾਹਰ ਆਏ ਪੰਜਾਬੀ ਸਿੱਖੀ, ਅੱਜ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਵੀ ਲੈਂਦੇ ਆ, ਅਰਦਾਸ ਵੀ ਕਰਨ ਦੇ ਸਮਰੱਥ ਹੈ ਤੇ ਪਾਠ ਦੀ ਸੰਥਾ ਵੀ ਕਰਦੇ ਆ। ਹੋਰ ਵੀ ਮੈਂ ਬੇਨਤੀ ਕਰਾਂ, ਇਸ ਸਥਾਨ ਤੇ ਦੋਨੋਂ ਟਾਈਮ ਦੀਵਾਨ ਸਜਦਾ, ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ ਤੇ ਹੁਕਮਨਾਮੇ ਦੀ
ਕਥਾ ਵਾਰਤਾ ਵੀ ਹੁੰਦੀ। ਸ਼ਾਮ ਨੂੰ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਤੇ ਇਤਿਹਾਸ ਦੀ ਕਥਾ ਵੀ ਨਾਲ ਨਾਲ ਪ੍ਰਾਰੰਭ ਹੈ। ਤੇ ਮੈਂ ਇਸ ਗੱਲ ਦੇ ਦੱਸਣ ਦੇ ਵਿੱਚ ਖੁਸ਼ੀ ਵੀ ਮਹਿਸੂਸ ਕਰਦਾ ਕਿ ਦਾਸ ਨੂੰ ਇੱਥੇ ਲਗਭਗ 9 ਸਾਲ ਹੋ ਗਏ ਇਸ ਸਥਾਨ ਤੇ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਲੜੀਵਾਰ ਕਥਾ ਦਾ ਭੋਗ ਪੈ ਗਿਆ ਸੀ 2 ਸਾਲ ਪਹਿਲਾਂ। ਫਿਰ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ ਕੀਤੀ ਗਈ। ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਸਦਕਾ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਲੜੀਵਾਰ ਕਥਾ 378 ਅੰਗ ਤੇ ਇਸ ਵੇਲੇ ਚੱਲ ਰਹੀ ਆ। ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਥੇ ਜਿਹੜੇ ਪ੍ਰੇਮੀ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਵਾਲੇ ਆ ਤੇ ਉਹ ਪਾਠ ਦੀ ਸੰਥਾ ਵੀ ਕਰਦੇ ਆ। ਸੋ ਇਸ ਸਥਾਨ ਤੇ ਜਿੱਥੇ ਦੀਵਾਨ ਸਜਦੇ, ਅਖੰਡ ਪਾਠ ਸਾਹਿਬ ਹੁੰਦੇ, ਨਗਰ ਕੀਰਤਨ ਹੁੰਦੇ, ਜੋ ਇੱਥੋਂ ਦੀਆਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਉਹਨਾਂ ਨੂੰ ਧਾਰਨ ਕਰਦੇ ਹੋਏ ਪਾਠ ਦੀ ਸ਼ੁੱਧਤਾ ਤੇ ਪੰਜਾਬੀ ਦੇ ਅੱਖਰ ਪੜ੍ਹਾਏ ਜਾਂਦੇ ਆ ਤੇ ਉਹਨਾਂ ਤੋਂ ਅੱਗੋਂ ਸਾਨੂੰ ਜਿਹੜੀ ਬਾਣੀ ਦੀ ਸੇਧ ਪ੍ਰਾਪਤ ਹੁੰਦੀ ਆ। ਤੇ ਇਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ। ਤੇ ਜਿਹੜੀ ਮੈਂ ਵਿਸ਼ੇਸ਼ ਗੱਲ ਹੋਰ ਦੱਸਣੀ ਚਾਹੁੰਦਾ, ਪਿਛਲੇ ਲਗਭਗ 2-4 ਮਹੀਨੇ ਤੋਂ ਇਸ ਸਥਾਨ ਤੇ ਸੰਡੇ ਦੇ ਦੀਵਾਨ ਤੋਂ ਬਾਅਦ ਸੰਗਤ ਇੰਨੀ ਇਕੱਠੀ ਹੁੰਦੀ ਆ ਕਿ ਅੰਦਰੋਂ ਵੀ ਤੇ ਬਾਹਰੋਂ ਵੀ ਭਰ ਜਾਂਦਾ, ਜਿਸ ਦੇ ਵਿੱਚ ਗੁਰਬਾਣੀ ਦਾ ਪਾਠ ਜਿਸ ਨੂੰ ਸੰਗਤਾਂ ਨੇ ਚੁਪਹਿਰਾ ਸਾਹਿਬ ਕਹਿ ਕੇ ਭਾਵਨਾ ਧਾਰਨ ਕੀਤੀ, ਜਿਸ ਦੇ ਅੰਦਰ 5 ਜਪਜੀ ਸਾਹਿਬ ਦੇ ਪਾਠ ਹੁੰਦੇ, ਸੁਖਮਨੀ ਸਾਹਿਬ ਦਾ ਪਾਠ, 2 ਚੌਪਈ ਸਾਹਿਬ ਦੇ ਪਾਠ, ਆਨੰਦ ਸਾਹਿਬ ਜੀ ਦੇ ਸੰਪੂਰਨ ਪਾਠ ਹੁੰਦੇ। ਉਹ ਇਸ ਗੁਰਦੁਆਰੇ ਦੀ ਸਮਝੋ ਕਿ ਇੱਕ ਵਿਸ਼ੇਸ਼ਤਾ ਬਣ ਗਈ, ਜਿਸ ਦੇ ਵਿੱਚ ਸੰਗਤ ਇਹ ਇੱਥੋਂ ਦੇ ਗੁਰਦੁਆਰਾ ਜਾਂ ਇੱਥੋਂ ਦੀ ਸੰਗਤ ਦਾ ਹੀ ਨਹੀਂ, ਬਲਕਿ ਸਾਰੇ ਗੁਰੂ ਘਰਾਂ ਦਾ, ਸਾਰੇ ਬੈਕਰਸਫੀਲਡ ਸ਼ਹਿਰ ਦਾ, ਸਿਟੀ ਦਾ ਇਸ ਦੇ ਵਿੱਚ ਯੋਗਦਾਨ ਹੈ ਕਿ ਸਾਰੇ ਹਰੇਕ ਪਾਰਟੀਬਾਜ਼ੀ ਤੋਂ ਉੱਚੇ ਉੱਠ ਕੇ ਇਸ ਸਥਾਨ ਤੇ ਪਹੁੰਚ ਕੇ ਤੇ ਸਾਰੇ ਉਸ ਬਾਣੀ ਦੀ ਮਹਾ ਸਾਗਰ ਦੇ ਵਿੱਚ ਆਪਣੇ ਆਪ ਦੇ ਮਨ ਨੂੰ ਪਵਿੱਤਰ ਕਰਨ ਦਾ ਯਤਨ ਕਰਦੇ ਆ। ਸੋ ਇਸ ਵੇਲੇ ਇਸ ਗੁਰੂ ਘਰ ਦੀ ਜਿਹੜੀ ਚੜ੍ਹਦੀ ਕਲਾ ਉਹ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਇਹ ਪਾਵਨ ਸਥਾਨ ਹੈ। ਬਾਬਾ ਜੀ ਦੇ ਨਾਮ ਨੂੰ ਇੰਨੀ ਭਾਵਨਾ ਧਾਰ ਕੇ ਇੱਥੇ ਪ੍ਰੇਮੀ ਸੇਵਾ ਕਰਦੇ ਨੇ। ਕਦੀ ਵੀਕਐਂਡ ਤੇ ਪ੍ਰੋਗਰਾਮ ਤੋਂ ਖਾਲੀ ਨਹੀਂ ਜਾਂਦਾ, ਹਰ ਸਮੇਂ ਇੱਥੇ ਪ੍ਰੋਗਰਾਮ ਬੁੱਕ ਰਹਿੰਦੇ ਨੇ। ਗੁਰੂ ਕਾ ਲੰਗਰ ਟੁੱਟ ਵਰਦਾ, ਬਾਣੀ ਦਾ ਪ੍ਰਵਾਹ ਚੱਲਦਾ, ਪਾਠ ਦੀ ਸੰਥਾ ਚੱਲਦੀ, ਪੰਜਾਬੀ ਸਕੂਲ ਚੱਲਦਾ। ਸੋ ਇਹ ਮੈਂ ਸਮਝਦਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਗੋਬਿੰਦ ਸਿੰਘ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਤੇ ਬਾਬਾ ਦੀਪ ਸਿੰਘ ਜੀ ਦੀ ਅਸੀਸ ਹੈ ਸਾਡੇ ਤੇ ਜੀ। ਭਾਈ ਸਾਹਿਬ ਜੀ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕੇ ਆਲੀ, ਇਹ ਗੁਰੂ ਸਾਹਿਬ ਦੇ ਮੁੱਢਲੇ ਅਸੂਲ ਹਨ, ਜਿਹੜੇ ਗੁਰੂ ਕਾ ਲੰਗਰ ਵੀ ਤੇ ਬਾਣੀ ਦਾ ਲੰਗਰ ਵੀ ਇਹ ਪ੍ਰਵਾਹ ਚੱਲਦਾ ਹੈ। ਔਰ ਅੱਗੇ ਆਉਣ ਵਾਲੇ ਸਮੇਂ ਜਿਹੜਾ ਹੁਣ ਚੁਪਹਿਰਾ ਸਾਹਿਬ ਦੇ ਸਮਾਗਮ ਹੋਣੇ ਹਨ, ਉਹ ਕਿਹੜੀ ਤਰੀਕ ਦੇ ਹਨ? ਆਪ ਜੀ ਦੱਸਣ ਦੀ ਸੰਗਤਾਂ ਨੂੰ ਕਿਰਪਾਲਤਾ ਕਰੋ ਜੀ। ਉਹ ਜੀ ਪੱਕਾ ਹੀ ਹਰੇਕ ਸੰਡੇ ਤੇ ਲਗਭਗ 1 ਵਜੇ ਸਮਾਪਤੀ ਹੋ ਜਾਂਦੀ ਆ ਸੰਗਤ ਦੇ ਵਿੱਚ ਦੀਵਾਨ ਦੀ, ਤੇ 1:15 ਵਜੇ ਚੁਪਹਿਰਾ ਸਾਹਿਬ ਆਰੰਭ ਹੋ ਜਾਂਦਾ ਤੇ 3 ਤੋਂ 4 ਘੰਟੇ ਦਾ ਸਮਾਂ ਸੰਗਤਾਂ ਬਾਣੀ ਦਾ ਲਾਹਾ ਪ੍ਰਾਪਤ ਕਰਦੀਆਂ। ਤੇ ਮੇਰਾ ਬੜਾ ਇਹ ਪੁਰਜੋਰ ਸੰਗਤਾਂ ਨੂੰ ਤੇ ਇਹ ਕਹਿਣਾ ਹੁੰਦਾ ਕਿ ਜਿਹੜੀ ਬਾਣੀ ਆ ਇਹਦੀ ਸੰਥਾ ਕਰਕੇ, ਸ਼ੁੱਧ ਪਾਠ ਕਰਕੇ ਆਪਾਂ ਬਾਣੀ ਦੇ ਨਾਲ ਜੁੜੀਏ ਤੇ ਸਾਡੇ ਮਨ ਤੇ ਵੀ ਸ਼ੁੱਧਤਾ ਦਾ ਅਸਰ ਹੁੰਦਾ। ਤੇ ਸੰਗਤਾਂ ਦੇ ਵਿੱਚ ਇਹ ਗੱਲ ਪਹੁੰਚੀ ਹੋਈ ਵੀ ਆ ਤੇ ਸਾਰੇ ਯਤਨ ਵੀ ਕਰਦੇ, ਬੱਚੇ ਵੀ ਸੰਥਾ ਕਰਦੇ ਆ ਤੇ ਜਿਹੜੇ ਪ੍ਰੇਮੀ ਸ਼ੁੱਧ ਪਾਠ ਕਰਨ ਦੀ ਭਾਵਨਾ ਰੱਖਦੇ ਉਹ ਵੀ ਕਰਦੇ ਜੀ। ਹਾਂਜੀ ਭਾਈ ਸਾਹਿਬ ਜੀ, ਹੁਣ ਆਪਣੇ ਆਉਣ ਵਾਲੇ ਜਿਹੜੇ ਅਪਕਮਿੰਗ ਜਿਹੜੇ ਪ੍ਰੋਗਰਾਮ ਨੇ, ਜਿਵੇਂ ਸ਼ਹੀਦੀ ਦਿਹਾੜੇ ਸਾਹਿਬਜ਼ਾਦਿਆਂ ਦੇ ਆ ਰਹੇ ਨੇ, ਨਵੇਂ ਸਾਲ ਦਾ ਪ੍ਰੋਗਰਾਮ, ਹਾਂ ਜੋ ਵੀ ਹੋਰ ਅੱਗੇ ਪ੍ਰੋਗਰਾਮ ਹਨ, ਤੁਸੀਂ ਉਹ ਸੰਗਤਾਂ ਨੂੰ ਦੱਸਣ ਦੀ ਕਿਰਪਾਲਤਾ ਕਰਨੀ। ਹਾਂਜੀ, ਮੈਂ ਬੇਨਤੀ ਕਰਨੀ ਚਾਹੁੰਦਾ ਜੀ, ਇਸ ਸਥਾਨ ਤੇ 10 ਹੀ ਗੁਰੂ ਸਾਹਿਬਾਨ ਦੇ ਪਾਵਨ ਪ੍ਰਕਾਸ਼ ਪੁਰਬ ਹੈ ਜਿਹੜੇ, ਉਹ ਅਸੀਂ ਪੱਕੇ ਤੌਰ ਤੇ ਮਨਾਉਂਦੇ ਹਾਂ। ਸਾਧੂ ਸੰਤਾਂ ਮਹਾਂਪੁਰਸ਼ਾਂ ਦੇ ਵੀ, ਤੇ ਆ ਦਸੰਬਰ ਦਾ ਮਹੀਨਾ ਤੇ ਇਹ ਪੋਹ ਦੀਆਂ ਉਹ ਠੰਡੀਆਂ ਰਾਤਾਂ ਵੀ ਹੁਣ ਮੋਰਲੇ ਦਿਨਾਂ ਵਿੱਚ ਆ ਰਹੀਆਂ। ਇਸ ਸਥਾਨ ਤੇ ਛੋਟੇ ਵੱਡੇ ਸਾਹਿਬਜ਼ਾਦਿਆਂ ਦੇ ਮਹਾਨ ਜਿਹੜੇ ਸ਼ਹੀਦੀ ਦੇ
ਸ਼ਹਾਦਤ ਦੇ ਸਮਾਗਮ ਹੈ। ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦੀ ਹੁਣ ਸ਼ਹੀਦੀ ਆਵੇਗੀ ਅਗਲੇ ਦਿਨਾਂ ਦੇ ਵਿੱਚ, ਛੋਟੇ ਸਾਹਿਬਜ਼ਾਦੇ। ਤੇ ਮੈਂ ਨਾਲ ਬੇਨਤੀ ਕਰਾਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਪਾਵਨ ਸ਼ਹੀਦੀ ਦਾ ਸਮਾਗਮ ਵੀ ਇਹਨਾਂ ਦਿਨਾਂ ਦੇ ਵਿੱਚ ਹੈ। ਤੇ ਫਿਰ ਨਵਾਂ ਸਾਲ ਆ ਰਿਹਾ ਜੀ। ਨਵੇਂ ਸਾਲ ਦੇ ਵਿੱਚ ਪਹਿਲਾਂ ਦਿਨੇ ਭੋਗ ਪੈਣਗੇ, ਉਦੋਂ ਸੰਡੇ ਆ 31 ਤਾਰੀਖ ਨੂੰ। ਤੇ 31 ਤੇ ਪਹਿਲੀ ਵਾਲੀ ਜਿਹੜੀ ਰਾਤ ਹੁੰਦੀ ਆ, ਇਹ ਗੁਰੂ ਘਰ ਦੇ ਵਿੱਚ ਇਹ ਮਰਜ਼ਾਦਾ ਚੱਲੀ ਆਉਂਦੀ ਕਿ ਅਸੀਂ ਰਾਤ ਦੇ 12 ਵਜੇ ਤੱਕ ਬਾਣੀ ਦਾ ਪਾਠ ਜਾਂ ਕੀਰਤਨ ਸੰਗਤ ਕਰਦੇ ਹੀ ਨਵਾਂ ਸਾਲ ਸਾਨੂੰ ਚੜ੍ਹੇ। ਤੇ ਇਹ ਪੱਕੇ ਤੌਰ 'ਤੇ ਹੀ ਆ। ਤੇ ਜਿਸ ਦਿਨ 31 ਤਰੀਕ ਦੀ ਸ਼ਾਮ ਹੋਵੇਗੀ ਤੇ ਉਹ ਵੇਲੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਤੋਂ ਸਮਾਗਮ ਆਰੰਭ ਹੋ ਜਾਂਦੇ, ਸੁਖਮਨੀ ਸਾਹਿਬ ਦੇ ਪਾਠ ਕੀਰਤਨ ਦੇ ਨਾਲ 12 ਵਜੇ ਤੱਕ। ਤੇ ਇਹ ਸਾਰਾ ਸਮਾਗਮ ਚੱਲਦਾ ਜੀ। ਫਿਰ 3 ਜਨਵਰੀ ਦੇ ਵਿੱਚ 10ਵੇਂ ਪਾਤਸ਼ਾਹ ਜੀ ਦਾ ਪਾਵਨ ਅਵਤਾਰ ਗੁਰਪੁਰਬ ਆਵੇਗਾ। ਇਸੇ ਤਰ੍ਹਾਂ ਸਾਰੇ ਗੁਰੂ ਸਾਹਿਬਾਨਾਂ ਦੇ ਸੰਬੰਧਿਤ ਜਿੰਨੇ ਵੀ ਪੁਰਬ ਹੁੰਦੇ ਨੇ ਮਨਾਏ ਜਾਂਦੇ ਆ ਜੀ। ਸੋ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ, ਪ੍ਰਧਾਨ ਸਾਹਿਬ, ਗੁਰੂ ਘਰ ਦੇ ਹੈਡ ਗ੍ਰੰਥੀ ਸਾਹਿਬ, ਸਾਰੇ ਪਤਵੰਤੇ ਸੱਜਣ। गुरु महाराज मेहर करन, झूलते निशान रहे पंथ महाराज के। ये स्थान हमेशा चढ़दियां कला च रहन, चढ़दियां कला च रहे ने ते चढ़दियां कला च ही रहणगे। महाराज कृपा करन। और समूह चढ़दी कला टाइम टीवी दी जो टीम है, जिन्हां ने इत्थे पहुँच के ये सारा जगह जगह जाके गुरसिੱਖੀ ਦਾ प्रचार प्रसार करते हैं। गुरु महाराज कृपा करे, चढ़दी कला टाइम टीवी दर्दी परिवार नूं हमेशा चढ़दियां कला च रखे। ऐसे कारज करके संगतां नूं गुरु दे नाल जोड़न, ये साडे सारिਆਂ ਦੀ अरदास है जी। आओ सारे फतेह बुलाइए जी। वाहिगुरू जी का खालसा, वाहिगुरू जी की फतेह। वाहिगुरू 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 वाहिगुरू